Good morning, dear students, and welcome to the social science class. Today, our topic of discussion is chapter number 5 from your Democratic Politics book. The name of the chapter is Working of Institutions. This is on page number 78. So, in our previous chapters, we have read about the democracy. ਔਰ ਡੈਮੋਕ੍ਰੇਸੀ ਦੇ ਵਿੱਚ ਜੋ ਗਵਰਨਮੈਂਟ ਆ ਉਹ ਕਿੱਦਾਂ ਬਣਦੀ ਆ, ਕਿੱਦਾਂ ਇਲੈਕਸ਼ਨਸ ਹੁੰਦੀਆਂ ਆ, ਉਹ ਅਸੀਂ ਪ੍ਰੀਵੀਅਸ ਚੈਪਟਰ ਦੇ ਵਿੱਚ ਰੀਡ ਕੀਤਾ, ਰਾਈਟ। ਸੋ ਡੈਮੋਕ੍ਰੇਸੀ ਦੇ ਵਿੱਚ ਕੀ ਹੁੰਦਾ ਆ, ਲੋਕ ਆਪਣਾ ਜੋ ਨੇਤਾ ਆ ਉਹ ਖੁਦ ਚੁਣਦੇ ਆ। ਔਰ ਉਸ ਤੋਂ ਬਾਅਦ ਕੀ ਹੁੰਦਾ ਆ, ਫਿਰ ਉਸ ਤੋਂ ਬਾਅਦ ਕੋਈ ਕੰਮ ਹੁੰਦੇ ਆ ਉਸ ਰੂਲਰ ਦੇ, ਡੈਫੀਨੇਟਲੀ ਉਹਨੂੰ ਕੀ ਕਰਨਾ ਪੈਂਦਾ ਆ, ਆਪਣੇ ਦੇਸ਼ ਦੇ ਲੋਕਾਂ ਵਾਸਤੇ ਕੰਮ ਕਰਨਾ ਪੈਂਦਾ ਆ। ਸੋ ਇੱਕ ਕੁਇਕ ਇੰਟਰੋਡਕਸ਼ਨ ਪਹਿਲਾਂ ਦੇਖ ਲੈਂਦੇ ਹਾਂ ਕਿ ਇਸ ਚੈਪਟਰ ਦੇ ਵਿੱਚ ਅਸੀਂ ਕੀ ਰੀਡ ਕਰਨਾ ਆ। ਡੈਮੋਕ੍ਰੇਸੀ ਇਜ਼ ਨਾਟ ਜਸਟ ਅਬਾਊਟ ਪੀਪਲ ਇਲੈਕਟਿੰਗ ਦੇਅਰ ਰੂਲਰਸ। ਹੁਣ ਸਿਰਫ ਤੇ ਸਿਰਫ ਰੂਲਰਸ ਨੂੰ ਇਲੈਕਟ ਕਰ ਦੇਣਾ, ਡੈਮੋਕ੍ਰੇਸੀ ਉੱਥੇ ਖਤਮ ਨਹੀਂ ਹੋ ਜਾਂਦੀ। ਇਨ ਅ ਡੈਮੋਕ੍ਰੇਸੀ ਦ ਰੂਲਰਸ ਹੈਵ ਟੂ ਫੋਲੋ ਸਮ ਰੂਲਸ ਐਂਡ ਪ੍ਰੋਸੀਜਰਸ। ਹੁਣ ਡੈਮੋਕ੍ਰੇਸੀ ਦੇ ਵਿੱਚ ਰੂਲਰਸ ਨੂੰ ਕੀ ਕਰਨਾ ਪੈਂਦਾ ਆ, ਕੁਝ ਰੂਲਸ ਤੇ ਪ੍ਰੋਸੀਜਰਸ ਨੂੰ ਫੋਲੋ ਕਰਨਾ ਪੈਂਦਾ ਆ। ਦੇ ਹੈਵ ਟੂ ਵਰਕ ਵਿਦ ਐਂਡ ਵਿਦਿਨ ਇੰਸਟੀਟਿਊਸ਼ਨਸ। ਉਹਨਾਂ ਨੂੰ ਇੰਸਟੀਟਿਊਸ਼ਨਸ ਦੇ ਵਿਦਿਨ ਹੀ ਕੰਮ ਕਰਨਾ ਪੈਂਦਾ ਆ, ਆਪਣੀ ਮਰਜ਼ੀ ਦੇ ਨਾਲ ਉਹ ਕੋਈ ਆਪਣਾ ਫੈਸਲਾ ਨਹੀਂ ਲੈ ਸਕਦੇ। ਦਿਸ ਚੈਪਟਰ ਇਜ਼ ਅਬਾਊਟ ਦ ਵਰਕਿੰਗ ਆਫ ਸਚ ਇੰਸਟੀਟਿਊਸ਼ਨਸ ਇਨ ਅ ਡੈਮੋਕ੍ਰੇਸੀ। ਹੁਣ ਇਹ ਜੋ ਚੈਪਟਰ ਹੈ ਸਾਡਾ, ਉਹ ਇਹਨਾਂ ਜਿਹੜੀਆਂ ਗਵਰਨਮੈਂਟ ਅਸੀਂ ਬੋਡੀਜ਼ ਕਹਿ ਸਕਦੇ ਹਾਂ, ਉਹਨਾਂ ਦੇ ਵਰਕ ਕਰਨ ਦਾ ਇੱਕ ਜੋ ਕ੍ਰਾਈਟੀਰੀਆ ਹੁੰਦਾ ਆ, ਜੋ ਇੱਕ ਮੈਥਡ ਹੁੰਦਾ ਆ, ਉਹਦੇ ਬਾਰੇ ਆ, ਠੀਕ ਹੈ। ਸੋ ਵਰਕਿੰਗ ਆਫ ਇੰਸਟੀਟਿਊਸ਼ਨਸ। ਨਾਓ ਇਸ ਚੈਪਟਰ ਦੇ ਸਟਾਰਟਿੰਗ ਦੇ ਉੱਤੇ ਇੱਕ ਐਗਜ਼ਾਮਪਲ ਦਿੱਤੀ ਗਈ ਆ ਤਾਂ ਕਿ ਤੁਹਾਨੂੰ ਇਹ ਚੈਪਟਰ ਅੱਛੇ ਤਰੀਕੇ ਦੇ ਨਾਲ ਸਮਝ ਆ ਸਕੇ। ਅ ਗਵਰਨਮੈਂਟ ਆਰਡਰ। ਇੱਕ ਗਵਰਨਮੈਂਟ ਆਰਡਰ ਜਿਹੜਾ ਆ 13 ਅਗਸਤ 1919 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੇ ਦੁਆਰਾ ਇਸ਼ੂ ਕੀਤਾ ਗਿਆ ਔਰ ਇਸ ਆਰਡਰ ਨੂੰ ਆਫਿਸ ਮੈਮੋਰੈਂਡਮ ਦੇ ਨਾਮ ਤੋਂ ਜਾਣਿਆ ਗਿਆ। ਹੁਣ ਇਸ ਆਰਡਰ ਦੇ ਵਿੱਚ ਸੀਗਾ ਕਿ ਇਸ ਆਰਡਰ ਦੇ ਤਹਿਤ ਕੀ ਗਵਰਨਮੈਂਟ ਨੇ ਡਿਸੀਜ਼ਨ ਲਿਆ ਕਿ 25% ਜੋ ਵੈਕੈਂਸੀਜ਼ ਹੈਗੀਆਂ ਨੇ ਸਿਵਲ ਪੋਸਟ ਤੇ ਸਿਵਲ ਸਰਵਿਸਿਜ਼ ਵਾਸਤੇ, ਉਹ ਕਿਹਦੇ ਵਾਸਤੇ ਰਿਜ਼ਰਵਡ ਹੋਣਗੀਆਂ, ਸੋਸ਼ਲੀ ਐਂਡ ਐਜੂਕੇਸ਼ਨਲੀ ਬੈਕਵਰਡ ਕਲਾਸਿਸ ਵਾਸਤੇ। ਹੁਣ ਦੇਖੋ ਕੋਟਾਜ਼ ਮਿਲਦੇ ਆ ਕੁਝ ਕੈਟੇਗਰੀਜ਼ ਨੂੰ, ਲਾਈਕ SC ST BC। ਹੁਣ ਜਦੋਂ ਇਹ ਆਰਡਰ ਜਾਰੀ ਕੀਤਾ ਗਿਆ, ਇਸ ਆਰਡਰ ਜਾਰੀ ਕਰਨ ਤੋਂ ਪਹਿਲਾਂ ਜਿਹੜਾ ਕੋਟਾ ਸੀਗਾ, ਰਿਜ਼ਰਵੇਸ਼ਨ ਸੀ, ਉਹ SC BC ਨੂੰ ਨਹੀਂ ਮਿਲਦੀ ਸੀ। SC BC ਮੀਨਸ ਸੋਸ਼ਲੀ ਐਂਡ ਐਜੂਕੇਸ਼ਨਲੀ ਬੈਕਵਰਡ ਕਲਾਸਿਸ। ਹੁਣ ਜਿਹੜਾ ਸੋਸ਼ਲੀ ਤੇ ਐਜੂਕੇਸ਼ਨਲੀ ਬੈਕਵਰਡ ਕਲਾਸਿਸ ਸੀ, ਉਹਨਾਂ ਨੂੰ ਵਾਸਤੇ ਕੋਈ ਰਿਜ਼ਰਵੇਸ਼ਨ ਨਹੀਂ ਸੀ। ਹੁਣ ਡਿਮਾਂਡ ਕੀਤੀ ਗਈ ਗਵਰਨਮੈਂਟ ਤੋਂ ਕਿ ਇਹ ਜਿਹੜਾ ਆ ਰਿਜ਼ਰਵੇਸ਼ਨ ਹੋਣੀ ਚਾਹੀਦੀ ਆ। ਹੁਣ ਇਸ ਕੰਮ ਦੇ ਉੱਤੇ, ਇਸ ਆਰਡਰ ਨੂੰ ਲਾਗੂ ਹੋਣ ਦੇ ਵਿੱਚ ਇੱਕ ਕੀ ਆ, ਟਾਈਮ ਲੱਗਦਾ ਆ। ਇਹ ਨਹੀਂ ਆ ਕਿ ਅੱਜ ਜਿਹੜਾ ਆ ਆਰਡਰ ਉਹਨੂੰ ਧਿਆਨ ਦੇ ਵਿੱਚ ਲਿਆਂਦਾ ਗਿਆ ਗਵਰਨਮੈਂਟ ਦੇ ਔਰ ਅਗਲੇ ਹੀ ਦਿਨ ਗਵਰਨਮੈਂਟ ਨੇ ਉਹਨੂੰ ਲਾਗੂ ਕਰ ਦਿੱਤਾ। ਇਹਨੂੰ ਲਾਗੂ ਕਰਨ ਵਾਸਤੇ ਇੱਕ ਬਹੁਤ ਲੰਬਾ ਜਿਹੜਾ ਆ ਪ੍ਰੋਸੀਜਰ ਹੁੰਦਾ ਆ। ਹੁਣ ਇਹਨੂੰ ਲਾਗੂ ਜਦੋਂ ਹੁੰਦਾ ਆ, ਉਹਦੇ ਵਾਸਤੇ ਕੋਈ ਕੁਝ ਬੋਡੀਜ਼ ਹੁੰਦੀਆਂ ਆ, ਕੁਝ ਇੰਸਟੀਟਿਊਸ਼ਨਸ ਹੁੰਦੇ ਆ ਜਿਹੜੇ ਇਹਦੇ ਉੱਤੇ ਕੀ ਕਰਦੇ ਆ, ਡਿਸਕਸ਼ਨ ਕਰਦੇ ਆ ਤੇ ਫਿਰ ਹੀ ਇਹਨੂੰ ਫਾਈਨਲਾਈਜ਼ ਕਰਦੇ ਆ। ਹੁਣ ਡਿਸੀਜ਼ਨ ਮੇਕਰਸ ਕੌਣ ਹੈਗੇ ਨੇ ਇੰਡੀਆ ਦੇ ਵਿੱਚ? ਫਰਸਟ ਇਜ਼ ਪ੍ਰੈਜ਼ੀਡੈਂਟ, ਜਿਹਨੂੰ ਆਪਾਂ ਹੈੱਡ ਆਫ ਦ ਸਟੇਟ ਵੀ ਕਹਿੰਦੇ ਆ। then prime minister, head of the government, then parliament। ਪਾਰਲੀਮੈਂਟ ਦੇ ਵਿੱਚ ਪ੍ਰੈਜ਼ੀਡੈਂਟ ਹੁੰਦਾ ਆ ਔਰ 2 ਪਾਰਲੀਮੈਂਟ ਦੇ ਹਾਊਸਿਸ, ਲੋਕ ਸਭਾ ਐਂਡ ਰਾਜ ਸਭਾ। ਹੁਣ ਜਿਹੜਾ ਇਹ ਆਰਡਰ ਸੀ ਆਫਿਸ ਮੈਮੋਰੈਂਡਮ, ਇਹ ਜਿਹੜਾ ਲਾਗੂ ਕਿੱਦਾਂ ਹੋਇਆ, ਇਹਦਾ ਇੱਕ ਲੰਬਾ ਪ੍ਰੋਸੀਜਰ ਸੀ। ਫਸਟ ਆਫ ਆਲ ਗਵਰਨਮੈਂਟ ਨੇ ਕੀ ਕੀਤਾ, ਇੱਕ ਕਮਿਸ਼ਨ ਬਿਠਾਇਆ ਜਿਹਦਾ ਹੈੱਡ ਸੀ BP ਮੰਡਲ। ਇਸ ਕਰਕੇ ਇਸ ਕਮਿਸ਼ਨ ਦਾ ਨਾਮ ਮੰਡਲ ਕਮਿਸ਼ਨ ਪਿਆ। 1979 ਦੇ ਵਿੱਚ ਇਹ ਮੰਡਲ ਬਿਠਾਇਆ ਗਿਆ। ਫਿਰ ਇਸ ਮੰਡਲ ਨੇ ਆਪਣੀ ਜਿਹੜੀ ਜੋ ਵੀ ਰੈਕਮੈਂਡੇਸ਼ਨ ਸੀਗੀਆਂ ਕਿ ਇੱਦਾਂ ਅਸੀਂ ਸਪੋਰਟ ਕਰਦੇ ਹਾਂ ਇਸ ਆਰਡਰ ਨੂੰ ਕਿ ਰਿਜ਼ਰਵੇਸ਼ਨਸ ਹੋਣੀਆਂ ਚਾਹੀਦੀਆਂ ਆ, ਉਹ ਉਹਨਾਂ ਨੇ ਆਪਣੀ ਰਿਪੋਰਟ ਸਾਰੀ ਤਿਆਰ ਕਰਕੇ 1980 ਦੇ ਵਿੱਚ ਸਬਮਿਟ ਕੀਤੀ। ਉਸ ਤੋਂ ਬਾਅਦ ਇਸ ਰੈਕਮੈਂਡੇਸ਼ਨਸ ਦੇ ਵਿੱਚ ਕੀ ਕਿਹਾ ਗਿਆ ਕਿ ਗਵਰਨਮੈਂਟ ਜੌਬਸ ਆ ਉਹ ਰਿਜ਼ਰਵਡ ਰੱਖਣੀਆਂ ਚਾਹੀਦੀਆਂ ਨੇ SC BC ਕੈਟੇਗਰੀ ਵਾਸਤੇ।
ਹੁਣ ਇਸ ਰਿਪੋਰਟ ਨੂੰ ਫਿਰ ਰეკਮੈਂਡ ਕੀਤਾ ਗਿਆ ਤੇ ਇਹਦੇ ਉੱਤੇ ਡਿਸਕਸ਼ਨ ਹੋਈ ਪਾਰਲੀਮੈਂਟ ਦੇ ਦੋਨੋਂ ਹਾਊਸਿਸ ਦੇ ਵਿੱਚ। ਦੈਨ ਬਹੁਤ ਸਾਰੇ ਸਾਲ ਪਾਰਲੀਮੈਂਟੇਰੀਅਨਸ ਜਿਹੜੇ ਆਏ, ਪਾਰਟੀਜ਼ ਆਈਆਂ ਡਿਫਰੈਂਟ, ਉਹਨਾਂ ਨੇ ਇਸ ਕਮਿਸ਼ਨ ਨੂੰ ਇੰਪਲੀਮੈਂਟ ਕਰਨ ਦੀ ਜਿਹੜੀ ਆ ਪੇਸ਼ਕਸ਼ ਕੀਤੀ ਸਰਕਾਰ ਦੇ ਅੱਗੇ। ਪਰ ਜਦੋਂ ਲੋਕ ਸਭਾ ਦੀਆਂ ਇਲੈਕਸ਼ਨਸ ਆਈਆਂ 1989 ਦੇ ਵਿੱਚ, ਜਨਤਾ ਦਲ ਜਿਹੜੀ ਪਾਰਟੀ ਸੀ ਉਹਨਾਂ ਨੇ ਕਿਹਾ ਕਿ ਅਗਰ ਸਾਡੀ ਸਰਕਾਰ ਬਣਦੀ ਆ ਤੇ ਫਿਰ ਅਸੀਂ ਕੀ ਕਰਾਂਗੇ, ਮੰਡਲ ਕਮਿਸ਼ਨ ਨੂੰ ਲਾਗੂ ਕਰਵਾਵਾਂਗੇ। ਦੈਨ ਪ੍ਰੈਜ਼ੀਡੈਂਟ ਨੇ ਕੀ ਕੀਤਾ, ਫਿਰ ਉਸ ਤੋਂ ਬਾਅਦ ਆਪਣੇ ਐਡਰੈਸ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਅਨਾਊਂਸ ਕੀਤਾ, ਉਹਨੇ ਇੰਟੈਂਸ਼ਨ ਜਿਹੜੀ ਸੀਗੀ ਮੰਡਲ ਕਮਿਸ਼ਨ ਦੀ ਉਹਨੂੰ ਅੱਗੇ ਲੈ ਕੇ ਆਂਦਾ ਪ੍ਰੈਜ਼ੀਡੈਂਟ ਨੇ। ਫਿਰ 6 ਅਗਸਤ 1990 ਦੇ ਵਿੱਚ ਜਿਹੜੀ ਯੂਨੀਅਨ ਕੈਬਨਿਟ ਸੀ ਉਹਨਾਂ ਨੇ ਡਿਸੀਜ਼ਨ ਜਿਹੜਾ ਸੀ ਇੰਪਲੀਮੈਂਟ ਕਰਨ ਦਾ ਮੰਡਲ ਕਮਿਸ਼ਨ ਦੀਆਂ ਰੈਕਮੈਂਡੇਸ਼ਨਸ ਨੂੰ ਕੀ ਕੀਤਾ, ਡਿਸਕਸ ਕੀਤਾ। ਨੈਕਸਟ ਡੇ ਫਿਰ ਪ੍ਰਾਈਮ ਮਿਨਿਸਟਰ ਜਿਹੜੇ BP ਸਿੰਘ ਸੀ, ਜਿਹੜੇ ਜਨਤਾ ਦਲ ਦੀ ਇਲੈਕਸ਼ਨਸ ਦੇ ਵਿੱਚ ਜਿੱਤ ਕੇ ਪ੍ਰਾਈਮ ਮਿਨਿਸਟਰ ਬਣੇ ਸੀ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਸ ਡਿਸੀਜ਼ਨ ਦੇ ਉੱਤੇ ਕੀ ਕੀਤਾ, ਹੋਰ ਜਿਹੜੀ ਡਿਸਕਸ਼ਨ ਕੀਤੀ ਤੇ ਜਿਹੜੇ ਦੋਨੋਂ ਹਾਊਸਿਸ ਸੀਗੇ ਪਾਰਲੀਮੈਂਟ ਦੇ ਵਿੱਚ ਉਹਦੇ ਵਿੱਚ ਇਹਦੀ ਸਟੇਟਮੈਂਟ ਪੇਸ਼ ਕੀਤੀ ਗਈ। ਦੈਨ ਫਾਈਨਲੀ ਜੋ ਡਿਸੀਜ਼ਨ ਸੀਗਾ ਕੈਬਨਿਟ ਨੇ ਜਿਹੜਾ ਡਿਪਾਰਟਮੈਂਟ ਆਫ ਪਰਸੋਨਲ ਐਂਡ ਟ੍ਰੇਨਿੰਗ ਸੀ ਉਹਦੇ ਅੱਗੇ ਲੈ ਕੇ ਆਂਦਾ ਤੇ ਜਿਹੜੇ ਸੀਨੀਅਰ ਆਫਿਸਰ ਸੀਗੇ ਡਿਪਾਰਟਮੈਂਟ ਦੇ ਉਹਨਾਂ ਨੇ ਡਰਾਫਟ ਜਿਹੜਾ ਇੱਕ ਤਿਆਰ ਕੀਤਾ ਇਸ ਕਮਿਸ਼ਨ ਨੂੰ ਲੈ ਕੇ। ਫਿਰ ਫਾਈਨਲੀ ਜੋ ਇਹ ਆਰਡਰ ਸੀਗਾ 13 ਅਗਸਤ 1990 ਨੂੰ ਲਾਗੂ ਹੋ ਗਿਆ। ਹੁਣ ਇਹਦੇ ਲਾਗੂ ਹੋਣ ਤੋਂ ਬਾਅਦ ਬਹੁਤ ਸਾਰੀਆਂ ਕੰਟਰੋਵਰਸੀਜ਼ ਜਿਹੜੀਆਂ ਸੀਗੀਆਂ ਕੰਟਰੀ ਦੇ ਵਿੱਚ ਸ਼ੁਰੂ ਹੋ ਗਈਆਂ। ਕੁਝ ਲੋਕਾਂ ਨੇ ਤਾਂ ਇਸ ਨੂੰ ਸਪੋਰਟ ਕੀਤਾ ਕਿ ਚੰਗੀ ਗੱਲ ਆ ਕਿ ਜਿਹੜੇ ਐਜੂਕੇਸ਼ਨਲੀ ਬੈਕਵਰਡ ਕਲਾਸਿਸ ਆ ਉਹਨਾਂ ਵਾਸਤੇ ਰਿਜ਼ਰਵੇਸ਼ਨ ਹੋਏਗੀ ਤਾਂ ਉਹ ਕੀ ਕਰ ਸਕਣਗੇ, ਆਪਣੇ ਸਰਕਾਰੀ ਜੌਬਸ ਕਰਕੇ ਆਪਣਾ ਜੋ ਹੈਗਾ ਆ ਆਪਣੇ ਆਪ ਨੂੰ ਅੱਗੇ ਲੈ ਕੇ ਆ ਸਕਦੇ ਆ ਬਾਕੀ ਕੈਟਾਗਰੀਜ਼ ਦੇ ਬਰਾਬਰ। ਬਟ ਕੁਝ ਲੋਕਾਂ ਨੇ ਇਸ ਆਰਡਰ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ। ਉਹਨਾਂ ਨੂੰ ਲੱਗਦਾ ਸੀ ਕਿ ਇਹਦੇ ਨਾਲ ਕੀ ਹੋਏਗਾ, ਜਿਹੜੇ ਹਾਈਲੀ ਕੁਆਲੀਫਾਈਡ ਜਿਹੜੇ ਲੋਕ ਆ ਉਹਨਾਂ ਨੂੰ ਜੌਬ ਜਿਹੜੀਆਂ ਆ ਨਹੀਂ ਮਿਲਣਗੀਆਂ, ਰਿਜ਼ਰਵੇਸ਼ਨ ਵਾਲੇ ਹੀ ਜੌਬ ਜਿਹੜੀਆਂ ਆ ਉਹ ਲੈ ਲੈਣਗੇ। ਹੁਣ ਇਹਦੇ ਉੱਤੇ ਬਹੁਤ ਸਾਰੇ ਸਲੋਗਨਸ ਵੀ ਬਣਨੇ ਸ਼ੁਰੂ ਹੋ ਗਏ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਅਮੁਲ ਕੰਪਨੀ ਆ ਇੱਕ ਬਹੁਤ ਜ਼ਿਆਦਾ ਫੇਮਸ, ਉਹਦੇ ਵਿੱਚ ਉਹਨਾਂ ਨੇ ਵੀ ਸਲੋਗਨਸ ਜਿਹੜੇ ਆ ਇੱਕ ਅਸੀਂ ਕਹਿ ਸਕਦੇ ਹਾਂ ਟੌਂਟ ਕਰਨ ਵਾਸਤੇ ਕਿਸੇ ਦੇ ਉੱਤੇ ਤੇ ਕਿਸੇ ਉੱਤੇ ਟੌਂਟ ਕਰਨ ਵਾਸਤੇ ਉਹਨਾਂ ਨੇ ਜਿਹੜੇ ਆ ਬਣਾਏ, ਜਿੱਦਾਂ ਤੁਸੀਂ ਦੇਖ ਸਕਦੇ ਹੋ ਨੋ ਰਿਜ਼ਰਵੇਸ਼ਨ ਫॉर ਦਿਸ ਕੋਟਾ ਜਾਂ ਫਿਰ ਰਿਜ਼ਰਵਡ ਫॉर ਦਿਸ ਆਊਟਸਟੈਂਡਿੰਗ ਬਟਰ ਕਲਾਸਿਕ। ਇਹ ਉਹਨਾਂ ਨੇ ਐਜ਼ ਅ ਮਜ਼ਾਕ ਵਾਸਤੇ ਜਿਹੜੇ ਬੈਨਰਸ ਜਿਹੜੇ ਆ ਉਹ ਸ਼ੁਰੂ ਕੀਤੇ ਸੀਗੇ। ਸੋ ਫਾਈਨਲੀ ਇੰਨਾ ਕੁਝ ਹੋਣ ਦੇ ਬਾਵਜੂਦ ਇੱਕ ਕਮਿਸ਼ਨ ਬਿਠਾਇਆ ਗਿਆ, ਉਹਨਾਂ ਨੇ ਆਪਣੀ ਰੈਕਮੈਂਡੇਸ਼ਨਸ ਦਿੱਤੀਆਂ, ਫਿਰ ਪਾਰਲੀਮੈਂਟ ਦੇ ਵਿੱਚ ਗਿਆ, ਫਿਰ ਪ੍ਰੈਜ਼ੀਡੈਂਟ ਨੇ ਇਹਨੂੰ ਪੇਸ਼ ਕੀਤਾ, ਫਿਰ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹਨੇ ਕੀਤਾ, ਫਿਰ ਜਿਹੜਾ ਡਿਪਾਰਟਮੈਂਟ ਆਫ ਪਰਸੋਨਲ ਆ ਉੱਥੇ ਇਹਨੂੰ ਭੇਜਿਆ ਗਿਆ ਤੇ ਉਸ ਇੰਨੇ ਲੰਬੇ ਪ੍ਰੋਸੀਜਰ ਦੇ ਵਿੱਚੋਂ ਗੁਜ਼ਰਨ ਤੋਂ ਬਾਅਦ ਇਹ ਜਿਹੜਾ ਆਰਡਰ ਸੀ ਉਹ ਫਾਈਨਲੀ ਲਾਗੂ ਹੋਇਆ। ਹੁਣ ਜੇ ਦੇਖੋ ਜਿਹੜੀਆਂ ਪੋਲੀਟੀਕਲ ਪਾਰਟੀਜ਼ ਪੋਲੀਟੀਕਲ ਇੰਸਟੀਟਿਊਸ਼ਨਸ ਹੁੰਦੀਆਂ ਨੇ ਉਹਨਾਂ ਦੀ ਕੀ ਜ਼ਰੂਰਤ ਹੁੰਦੀ ਆ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ। ਕੁਝ ਰੀਜ਼ਨਸ ਹੁੰਦੇ ਆ। For example, the Prime Minister and the Cabinet are institutions that take all important policy decisions। ਹੁਣ ਜਿਹੜਾ ਪ੍ਰਾਈਮ ਮਿਨਿਸਟਰ ਆ, ਠੀਕ ਹੈ, ਉਹ ਤੇ ਉਹਦੀ ਕੈਬਨਿਟ ਮਤਲਬ ਕਿ ਉਹਦੇ ਜਿਹੜੇ ਮੰਤਰੀ ਹੁੰਦੇ ਆ, ਹੁਣ ਪ੍ਰਾਈਮ ਮਿਨਿਸਟਰ ਇਕੱਲਾ ਤਾਂ ਮਿਲ ਕੇ ਪੂਰੇ ਦੇਸ਼ ਨੂੰ ਚਲਾਉਂਦਾ ਨਹੀਂ ਆ, ਉਹਦੇ ਕੁਝ ਮੰਤਰੀ ਹੁੰਦੇ ਆ, ਉਹ ਜਿਹੜੇ ਆ ਕੀ ਕਰਦੇ ਨੇ, ਕੁਝ ਇੰਪੋਰਟੈਂਟ ਪੋਲਿਸੀ ਡਿਸੀਜ਼ਨਸ ਲੈਂਦੇ ਨੇ। ਜਿੱਦਾਂ ਕਿ ਅਸੀਂ ਪੜ੍ਹਿਆ ਨਾ ਕਿ ਜਿਹੜੇ ਜਨਤਾ ਦਲ ਜਦੋਂ ਜਿੱਤੀ ਤੇ ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਬਣੇ BP ਸਿੰਘ, ਉਹਨਾਂ ਨੇ ਮੰਡਲ ਕਮਿਸ਼ਨ ਨੂੰ ਲਾਗੂ ਕਰਾਉਣ ਦੇ ਵਿੱਚ ਬਹੁਤ ਜ਼ਿਆਦਾ ਕੀ ਕੀਤਾ, ਜ਼ੋਰ ਦਿੱਤਾ ਸੀ। The civil servants working together are responsible for taking steps to implement the minister's decision। ਹੁਣ ਮਿਨਿਸਟਰਸ ਨੇ ਜੋ ਡਿਸੀਜ਼ਨ ਲਏ ਉਹਨਾਂ ਨੂੰ ਲਾਗੂ ਕੌਣ ਕਰਵਾਉਂਦਾ ਆ, ਸਿਵਲ ਸਰਵੈਂਟਸ ਲਾਗੂ ਕਰਵਾਉਂਦੇ ਆ। ਹੁਣ ਇਹ ਉਹਨਾਂ ਦਾ ਕੰਮ ਆ। Supreme Court is an institution where dispute between citizen and the government are finally settled। ਹੁਣ ਜਿਹੜੀ ਸੁਪਰੀਮ ਕੋਰਟ ਹੁੰਦੀ ਆ ਉਹ ਕੀ ਕਰਦੀ ਆ, ਪਬਲਿਕ ਦੇ ਵਿੱਚ ਤੇ ਗਵਰਨਮੈਂਟ ਦੇ ਵਿੱਚ ਅਗਰ ਕੋਈ ਡਿਸਪਿਊਟ ਆ, ਕੋਈ ਇਸ਼ੂ ਆ, ਉਹਨੂੰ ਸੈਟਲ ਕਰਦੀ ਆ। ਇਹ ਹੁਣ ਸੁਪਰੀਮ ਕੋਰਟ ਦਾ ਕੰਮ ਹੈ। ਦੈਨ ਹੁਣ ਇਹ ਸੀਗੇ ਕਿ ਅਲੱਗ-ਅਲੱਗ ਜਿਹੜੀਆਂ ਗਵਰਨਮੈਂਟ ਬੋਡੀ ਸੀਗੀਆਂ ਉਹਨਾਂ ਦੇ ਆਪਣੇ ਆਪਣੇ ਕੰਮ ਆ।
ठीक है ना। सो इसे करके वर्किंग ऑफ इंस्टीट्यूशनस कहा गया है कि अलग अलग इंस्टीट्यूशन का अपना अपना जिहड़ा आ काम है। हुण पार्लीमेंट दा की काम हुंदा आ डेमोक्रेसी दे विच। पार्लीमेंट दे जिद्दां असीं कहा कि 2 हाउसिस हुंदे ने, ठीक है ना, लोक सभा राज्य सभा। पार्लीमेंट दी इंपॉर्टेंस की हुंदी आ? पार्लीमेंट इज़ द फाइनल अथॉरिटी फॉर मेकिंग लॉज इन एनी कंट्री। फाइनल अथॉरिटी हुंदी आ किसी भी देश दे विच लॉ बनाउण वास्ते, डेमोक्रेटिक कंट्री दे विच। दिस टास्क ऑफ लॉ मेकिंग or legislation is so crucial that these assemblies are called legislatures। ਹੁਣ ਕੋਈ ਵੀ law ਬਣਾਉਣਾ ਬਹੁਤ ਹੀ ਗੰਭੀਰ ਤੇ ਨਾਜ਼ੁਕ ਕੰਮ ਹੁੰਦਾ ਆ। ਜਿੱਦਾਂ ਕਿ ਅਸੀਂ ਦੇਖਿਆ ਮੰਡਲ ਕਮਿਸ਼ਨ ਦੇ ਵਿੱਚ ਕੀ ਹੋਇਆ, ਕੁਝ ਲੋਕਾਂ ਨੇ ਵਿਰੋਧ ਕੀਤਾ, ਕੁਝ ਲੋਕਾਂ ਨੇ ਸਮਰਥਨ ਕੀਤਾ, ਬਟ ਇੰਨੇ ਜ਼ਿਆਦਾ ਲੰਬੀ ਡਿਸਕਸ਼ਨ ਤੋਂ ਬਾਅਦ ਜਿਹੜਾ ਇਹ ਆਰਡਰ ਲਾਗੂ ਕਰ ਦਿੱਤਾ ਗਿਆ ਤੇ ਇਹ ਬਹੁਤ ਜ਼ਿਆਦਾ ਗੰਭੀਰ ਮਾਮਲਾ ਸੀਗਾ। Parliaments all over the world exercise some control over those who run the government। ਹੁਣ ਜਿਹੜੇ ਗਵਰਨਮੈਂਟ ਰਨ ਕਰਦੇ ਆ, ਗਵਰਨਮੈਂਟ ਕੌਣ ਰਨ ਕਰਦਾ ਆ? ਪ੍ਰਾਈਮ ਮਿਨਿਸਟਰ ਤੇ ਉਹਦੀ ਕੈਬਨਿਟ। ਤੇ ਹੁਣ ਜਿਹੜਾ ਪ੍ਰਾਈਮ ਮਿਨਿਸਟਰ ਤੇ ਉਹਦੀ ਕੈਬਨਿਟ ਦੇ ਉੱਤੇ ਕੰਟਰੋਲ ਕੌਣ ਰੱਖਦਾ ਆ? ਪਾਰਲੀਮੈਂਟ ਕੰਟਰੋਲ all the money that governments have। ਹੁਣ ਗਵਰਨਮੈਂਟਸ ਦੇ ਕੋਲ ਜਿੰਨਾ ਵੀ ਪੈਸਾ ਹੁੰਦਾ ਆ, ਪੈਸਾ ਕਿੱਥੋਂ ਆਉਂਦਾ ਗਵਰਨਮੈਂਟ ਨੂੰ? ਟੈਕਸਿਸ ਤੋਂ ਆਉਂਦਾ ਜਿਹੜੇ ਲੋਕ ਪੇ ਕਰਦੇ ਆ, ਜਾਂ ਫਿਰ ਜੋ ਵੀ ਦੂਸਰੇ ਕੰਟਰੀਜ਼ ਦੇ ਨਾਲ ਟ੍ਰੇਡ ਹੁੰਦਾ ਆ ਉਹਦੇ ਤੋਂ ਜੋ ਪ੍ਰੋਫਿਟ ਹੁੰਦਾ ਆ ਉਹਦੇ ਥਰੂ ਜਿਹੜਾ ਆ ਦੇਸ਼ ਸਰਕਾਰ ਕੋਲ ਪੈਸਾ ਆਉਂਦਾ ਆ। ਉਸ ਸਰਕਾਰ ਦੇ ਉੱਤੇ ਵੀ ਕੰਟਰੋਲ ਕੌਣ ਰੱਖਦਾ ਆ? ਪਾਰਲੀਮੈਂਟ ਰੱਖਦਾ ਆ। ਪਾਰਲੀਮੈਂਟ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਸਰਕਾਰ ਜਿਹੜਾ ਪੈਸਾ ਆ ਉਹ ਖਰਚ ਨਹੀਂ ਕਰ ਸਕਦੀ। ਪਾਰਲੀਮੈਂਟ ਇਜ਼ ਦਾ ਹਾਈਐਸਟ ਫੋਰਮ ਆਫ ਡਿਸਕਸ਼ਨ ਐਂਡ ਡਿਬੇਟ। ਹੁਣ ਪਾਰਲੀਮੈਂਟ ਜਿਹੜਾ ਕਹਿੰਦੇ ਹਾਈਐਸਟ ਫੋਰਮ ਹੁੰਦਾ ਡਿਸਕਸ਼ਨ ਦਾ। ਕਿਸੇ ਵੀ ਇਸ਼ੂ ਦੇ ਉੱਤੇ ਅਗਰ ਕੋਈ ਡਿਬੇਟ ਹੋਣੀ ਆ, ਕੋਈ ਡਿਸਕਸ਼ਨ ਹੋਣੀ ਆ, ਉਹ ਪਾਰਲੀਮੈਂਟ ਦੇ ਵਿੱਚ ਹੀ ਹੁੰਦੀ ਆ। ਅਸੀਂ ਸ਼ਾਇਦ ਤੁਸੀਂ ਕਦੀ ਸੁਣਿਆ ਹੋਵੇ ਲੋਕ ਸਭਾ ਦੀ ਬੈਠਕ ਹੋ ਰਹੀ ਆ, ਰਾਜ ਸਭਾ ਦੀ ਬੈਠਕ ਹੋ ਰਹੀ ਆ, ਜਿਹਦੇ ਵਿੱਚ ਬਹੁਤ ਸਾਰੇ ਮੈਂਬਰਸ ਇਕੱਠੇ ਹੋ ਕੇ ਕਿਸੇ ਗੱਲ ਦੇ ਉੱਤੇ ਡਿਸਕਸ਼ਨ ਕਰਦੇ ਆ। ਕਈ ਵਾਰੀ ਬਹੁਤ ਸਾਰਾ ਜ਼ਿਆਦਾ ਹਾਈਪਰ ਵੀ ਹੋ ਜਾਂਦੇ ਆ ਔਰ ਝਗੜੇ ਵੀ ਹੋ ਜਾਂਦੇ ਆ, ਠੀਕ ਹੈ। ਸੋ ਹਾਈਐਸਟ ਜਿਹੜਾ ਫੋਰਮ ਹੈ ਡਿਸਕਸ਼ਨ ਦਾ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਉਹ ਪਾਰਲੀਮੈਂਟ ਹੀ ਹੁੰਦਾ ਆ। On public issues and national policy in any country, Parliament can seek information about any matter। ਹੁਣ ਪਾਰਲੀਮੈਂਟ ਕਿਸੇ ਵੀ ਚੀਜ਼ ਦੇ ਉੱਤੇ ਇਨਫੋਰਮੇਸ਼ਨ ਅਗਰ ਚਾਹੁੰਦਾ ਆ ਤੇ ਉਹ ਗੇਨ ਕਰ ਸਕਦਾ ਆ। ਦੈਨ 2 ਹਾਊਸਿਸ ਆਫ ਪਾਰਲੀਮੈਂਟ। ਹੁਣ ਪਾਰਲੀਮੈਂਟ ਦੇ 2 ਹਾਊਸਿਸ ਹੁੰਦੇ ਆ, ਜਿੱਦਾਂ ਕਿ ਅਸੀਂ ਪਹਿਲਾਂ ਵੀ ਰੀਡ ਕੀਤਾ। ਫਸਟ ਇਜ਼ ਲੋਕ ਸਭਾ ਔਰ ਇਹਨੂੰ ਲੋਅਰ ਚੈਂਬਰ ਵੀ ਕਿਹਾ ਜਾਂਦਾ ਆ। ਸੈਕਿੰਡ ਇਜ਼ ਰਾਜ ਸਭਾ, ਇਹਨੂੰ ਅੱਪਰ ਚੈਂਬਰ ਵੀ ਕਿਹਾ ਜਾਂਦਾ ਆ। ਹੁਣ ਲੋਅਰ ਚੈਂਬਰ ਤੇ ਅੱਪਰ ਚੈਂਬਰ ਦਾ ਮਤਲਬ ਕਿ ਰਾਜ ਸਭਾ ਦੇ ਕੋਲ ਜ਼ਿਆਦਾ ਪਾਵਰਸ ਹੁੰਦੀਆਂ ਤੇ ਲੋਕ ਸਭਾ ਦੇ ਕੋਲ ਘੱਟ, ਬਟ ਇੱਦਾਂ ਦਾ ਨਹੀਂ ਹੁੰਦਾ। ਕੁਛ ਇੱਦਾਂ ਦੇ ਕੇਸਿਸ ਹੁੰਦੇ ਆ ਜਿਹਦੇ ਵਿੱਚ ਕਿ ਲੋਕ ਸਭਾ ਦੇ ਕੋਲ ਰਾਜ ਸਭਾ ਤੋਂ ਜ਼ਿਆਦਾ ਜਿਹੜੀਆਂ ਪਾਵਰਸ ਹੁੰਦੀਆਂ ਆ। ਕੀ ਹੁੰਦੇ ਆ ਉਹ ਜਿਹੜੇ ਕੁਛ ਕੰਡੀਸ਼ਨਸ ਜਿਹੜੀਆਂ ਹੁੰਦੀਆਂ ਨੇ? ਫਸਟ ਇਜ਼ any ordinary law needs to be passed by both the houses। ਅਗਰ ਕੋਈ ਵੀ ਕਹਿੰਦੇ ordinary law ਹੈ ਨਾ, ਉਹ ਪਾਰਲੀਮੈਂਟ ਦੇ ਦੋਨੋਂ ਹਾਊਸਿਸ ਮਤਲਬ ਲੋਕ ਸਭਾ ਤੇ ਰਾਜ ਸਭਾ ਦੋਨਾਂ ਦੇ ਵਿੱਚ ਪਾਸ ਹੋਣਾ ਜ਼ਰੂਰੀ ਆ। ਬਟ ਇਫ ਦੇਅਰ ਇਜ਼ ਅ ਡਿਫਰੈਂਸ ਬਿਟਵੀਨ 2 ਹਾਊਸਿਸ, ਅਗਰ ਦੋਨਾਂ ਦੇ ਡਿਸਕਸ਼ਨ ਦੇ ਵਿੱਚ ਕੋਈ ਹੋਰ ਅਲੱਗ-ਅਲੱਗ ਨਤੀਜੇ ਨਿਕਲਦੇ ਆ, ਦ ਫਾਈਨਲ ਡਿਸੀਜ਼ਨ ਇਜ਼ ਟੇਕਨ ਇਨ ਅ ਜੁਆਇੰਟ ਸੈਸ਼ਨ। ਤੇ ਫਾਈਨਲ ਜਿਹੜਾ ਡਿਸੀਜ਼ਨ ਆ ਉਸ ਆਰਡਰ ਦੇ ਉੱਤੇ ਦੁਬਾਰਾ ਉਹਨਾਂ ਦਾ ਜੁਆਇੰਟ ਇੱਕ ਸੈਸ਼ਨ ਹੁੰਦਾ ਹੈ, ਇੱਕ ਇਕੱਠੀ ਮੀਟਿੰਗ ਹੁੰਦੀ ਆ ਤੇ ਫਿਰ ਹੀ ਫਾਈਨਲ ਜਿਹੜਾ ਡਿਸੀਜ਼ਨ ਲਿਆ ਜਾਂਦਾ ਆ। ਹੁਣ ਜਿਹੜੇ ਲੋਕ ਸਭਾ ਦੇ ਜਿਹੜੇ ਮੈਂਬਰਸ ਹੁੰਦੇ ਨਾ, ਉਹਨਾਂ ਦੀ ਗਿਣਤੀ ਰਾਜ ਸਭਾ ਦੇ ਮੈਂਬਰਸ ਤੋਂ ਜ਼ਿਆਦਾ ਹੁੰਦੀ ਆ। ਹੁਣ ਇੱਥੇ ਤੁਹਾਡਾ ਇੱਕ ਹੋਮਵਰਕ ਆ, ਤੁਸੀਂ ਪਤਾ ਕਰਨਾ ਆ ਕਿ ਪਾਰਲੀਮੈਂਟ ਦੇ ਦੋਨੋਂ ਹਾਊਸਿਸ ਦੇ ਵਿੱਚ ਕਿੰਨੇ ਮੈਂਬਰਸ ਹੁੰਦੇ ਆ। ਇਹ ਤੁਸੀਂ ਮੈਨੂੰ ਲਿਖ ਕੇ ਸੈਂਡ ਕਰਨਾ ਹੈ, ਤੁਹਾਡਾ ਹੋਮਵਰਕ ਹੈ। ਦੈਨ ਇਹਨਾਂ ਦੇ ਜਿਹੜੇ ਮੈਂਬਰਸ ਹੁੰਦੇ ਆ ਇਹਨਾਂ ਨੂੰ ਇਲੈਕਟ ਕੌਣ ਕਰਦਾ ਆ। ਦੈਨ ਇਹਨਾਂ ਦੀ ਜਿਹੜੀ ਲੈਂਥ ਹੁੰਦੀ ਆ ਟਰਮ ਦੀ ਕਿੰਨੀ ਹੁੰਦੀ ਆ, ਇਨ ਈਅਰਸ ਦੇ ਵਿੱਚ ਦੱਸਣਾ ਆ। ਤੇ ਜਿਹੜੇ ਕੈਨ ਦਾ ਹਾਊਸਿਸ ਬੀ ਡਿਸੋਲਵਡ ਔਰ ਪਰਮਾਨੈਂਟ, ਇਹਨਾਂ ਨੂੰ ਡਿਸੋਲਵ ਵੀ ਕੀਤਾ ਜਾ ਸਕਦਾ ਹੈ ਜਾਂ ਫਿਰ ਇਹ ਪਰਮਾਨੈਂਟ ਹੀ ਹੁੰਦੇ। ਤੁਸੀਂ ਸਾਰਾ ਕੁਝ ਸਰਚ ਕਰਕੇ ਮੈਨੂੰ ਦੱਸਣਾ ਆ, ਠੀਕ ਹੈ। ਸੋ ਕਹਿੰਦੇ ਕਿ ਜਿਹੜੇ ਲੋਕ ਸਭਾ ਦੇ ਮੈਂਬਰਸ ਜਿਹੜੇ ਉਹ ਜ਼ਿਆਦਾ ਹੁੰਦੇ ਆ ਤੇ ਉਹਨਾਂ ਦਾ ਹੀ ਜਿਹੜਾ ਡਿਸੀਜ਼ਨ ਆ ਉਹਦੇ ਉੱਤੇ ਜ਼ਿਆਦਾ ਗੌਰ ਕੀਤਾ ਜਾਂਦਾ ਆ ਅਗਰ ਕਿਸੇ ਡਿਸੀਜ਼ਨ ਨੂੰ ਲੈ ਕੇ ਦੋਨੋਂ ਹਾਊਸਿਸ ਦੇ ਵਿੱਚ ਕੋਈ ਮਤਭੇਦ ਹੋ ਜਾਂਦਾ ਆ। ਲੋਕ ਸਭਾ ਐਕਸਰਸਾਈਜ਼ਸ ਮੋਰ ਪਾਵਰਸ ਇਨ ਮਨੀ ਮੈਟਰਸ। ਲੋਕ ਸਭਾ ਦੇ ਕੋਲ
ਮਨੀ ਪਾਵਰਸ ਦੇ ਮਾਮਲੇ ਦੇ ਵਿੱਚ ਵੀ ਰਾਜ ਸਭਾ ਤੋਂ ਜ਼ਿਆਦਾ ਪਾਵਰਸ ਹੁੰਦੀਆਂ ਆ। ਵਨਸ ਦ ਲੋਕ ਸਭਾ ਪਾਸਿਸ ਦ ਬਜਟ ਆਫ ਦ ਗਵਰਨਮੈਂਟ ਔਰ ਐਨੀ ਅਦਰ ਮਨੀ ਰਿਲੇਟਡ law, the Rajya Sabha can't reject it. The Rajya Sabha can only delay it by 14 days or suggest changes in it. ਹੁਣ ਕਹਿੰਦੇ ਕਿ ਅਗਰ ਲੋਕ ਸਭਾ ਨੇ ਕੋਈ ਬਜਟ ਪਾਸ ਕਰਨ ਵਾਸਤੇ ਗਵਰਨਮੈਂਟ ਦੇ ਕੋਲ ਪੇਸ਼ਕਸ਼ ਕੀਤੀ ਆ ਤੇ ਰਾਜ ਸਭਾ ਉਸ ਬਜਟ ਨੂੰ ਰਿਜੈਕਟ ਨਹੀਂ ਕਰ ਸਕਦੀ। ਰਾਜ ਸਭਾ ਸਿਰਫ ਕੀ ਕਰ ਸਕਦੀ ਆ, ਉਸ ਆਰਡਰ ਨੂੰ, ਉਸ ਬਜਟ ਨੂੰ 14 ਦਿਨ ਵਾਸਤੇ ਡਿਲੇ ਕਰ ਸਕਦੀ ਆ, ਟਾਲ ਸਕਦੀ ਆ, ਤਾਂ ਕਿ ਉਹਦੇ ਵਿੱਚ ਲੋਕ ਸਭਾ ਕੁਝ ਚੇਂਜਿਸ ਕਰ ਲਵੇ। ਬਟ ਇਹ ਲੋਕ ਸਭਾ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹਨੇ ਕੋਈ ਚੇਂਜਿਸ ਐਕਸੈਪਟ ਕਰਨੇ ਆ ਉਸ ਬਜਟ ਦੇ ਵਿੱਚ ਜਾਂ ਫਿਰ ਨਹੀਂ ਕਰਨੇ। ਮੋਸਟ ਇੰਪੋਰਟੈਂਟਲੀ ਦ ਲੋਕ ਸਭਾ ਕੰਟਰੋਲਸ ਦ ਕਾਊਂਸਿਲ ਆਫ ਮਿਨਿਸਟਰਸ। ਸਭ ਤੋਂ ਇੰਪੋਰਟੈਂਟ ਜਿਹੜਾ ਕੰਮ ਹੈ ਲੋਕ ਸਭਾ ਦਾ ਉਹ ਕੀ ਆ, ਉਹ ਕਾਊਂਸਿਲ ਆਫ ਮਿਨਿਸਟਰਸ ਨੂੰ ਕੰਟਰੋਲ ਕਰਦੀ ਆ। Only a person who enjoys the support of the majority of the members in the Lok Sabha is appointed the Prime Minister। ਹੁਣ ਜਦੋਂ ਪ੍ਰਾਈਮ ਮਿਨਿਸਟਰ ਚੁਣਨਾ ਹੁੰਦਾ ਆ, ਹੁਣ ਜਿਹੜੀਆਂ ਪ੍ਰਾਈਮ ਮਿਨਿਸਟਰਸ ਦੀਆਂ ਇਲੈਕਸ਼ਨਸ ਹੁੰਦੀਆਂ, ਅਸੀਂ ਪੜ੍ਹਿਆ ਨਾ ਕਿ ਕਿੱਦਾਂ ਹੁੰਦੀਆਂ ਆ, ਅਲੱਗ-ਅਲੱਗ ਸੀਟਸ, ਉਹਨੂੰ ਸੀਟਸ ਦੇ ਉੱਤੇ ਮੈਂਬਰਸ ਖੜ੍ਹੇ ਹੁੰਦੇ ਇੱਕ ਪਾਰਟੀ ਦੇ, ਜਿਸ ਪਾਰਟੀ ਨੂੰ ਦੀਆਂ ਜ਼ਿਆਦਾ ਸੀਟਸ ਹੁੰਦੀਆਂ ਆ ਉਹੀ ਫਿਰ ਜਿਹੜੀ ਆ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ। ਬਟ ਉਹਨਾਂ ਦੇ ਵਿੱਚੋਂ ਪ੍ਰਾਈਮ ਮਿਨਿਸਟਰ ਚੂਜ਼ ਜਿਹੜਾ ਹੁੰਦਾ ਆ ਉਸ ਪਾਰਟੀ ਦੇ ਵਿੱਚੋਂ, ਜਿਸ ਬੰਦੇ ਨੂੰ ਲੋਕ ਸਭਾ ਦੇ ਜ਼ਿਆਦਾ ਮੈਂਬਰਸ ਵੋਟ ਕਰਦੇ ਆ ਜਾਂ ਫਿਰ ਸਪੋਰਟ ਕਰਦੇ ਆ ਅਸੀਂ ਕਹਿ ਸਕਦੇ ਹਾਂ, ਉਹੀ ਪ੍ਰਾਈਮ ਮਿਨਿਸਟਰ ਬਣਦਾ ਆ। ਸੋ ਅੱਜ ਦੇ ਵਾਸਤੇ ਸਿਰਫ ਇੰਨਾ ਹੀ ਰੀਡ ਕਰਾਂਗੇ ਸਟੂਡੈਂਟਸ। Rest of the part of this chapter we will discuss in our next lecture. Till then, take care of yourselves, keep learning. Thank you.